बाला ना करी। हाँ जी स्टूडेंट्स, नेक्स्ट वन इज़ द एक्सट्रैक्शन ऑफ मैटल्स। ਜਿਹੜੀ ਐਕਸਟ੍ਰੈਕਸ਼ਨ ਆਫ ਮੈਟਲਸ ਆ ਅਕੋਰਡਿੰਗ ਟੂ ਅਸੀਂ ਰਿਐਕਟੀਵਿਟੀ ਸੀਰੀਜ਼ ਦੇ ਅਕੋਰਡਿੰਗ ਕਰਾਂਗੇ। ਸੋ ਦ ਲੋਅਰ ਦ ਪੋਜੀਸ਼ਨ ਆਫ ਦ ਮੈਟਲ ਇਨ ਦ ਰਿਐਕਟੀਵਿਟੀ ਸੀਰੀਜ਼ ਦ ਈਜ਼ੀਅਰ ਇਟ ਇਜ਼ ਟੂ ਐਕਸਟ੍ਰੈਕਟ। ਮੀਨਸ ਜਿਹੜੇ ਕੀ ਹੋਣਗੇ ਰਿਐਕਟੀਵਿਟੀ ਜਿਨ੍ਹਾਂ ਦੀ ਮਤਲਬ ਜਿਹੜੀ ਸਭ ਤੋਂ ਘੱਟ ਰਿਐਕਟੀਵਿਟੀ ਹੋਏਗੀ ਉਹ ਅਸੀਂ ਈਜ਼ੀ ਵੇ ਦੇ ਨਾਲ ਜਿਹੜੀਆਂ ਹੈਗੀਆਂ ਮੈਟਲਸ ਨੂੰ ਐਕਸਟ੍ਰੈਕਟ ਕਰ ਸਕਦੇ ਹਾਂ, ਅਲੱਗ ਕਰ ਸਕਦੇ ਹਾਂ ਫਰੋਮ ਦੇਅਰ ਓਰਸ। ਸੋ ਅਸੀਂ ਦੇਖਦੇ ਹਾਂ ਡਾਇਗਰਾਮ ਦੇ ਵਿੱਚ ਆਹ ਜਿਹੜੀ ਸੀਰੀਜ਼ ਸੀਗੀ ਮੈਂ ਤੁਹਾਨੂੰ ਪਹਿਲਾਂ ਵੀ ਦੱਸੀ ਸੀਗੀ ਕਿ ਪੋਟਾਸ਼ੀਅਮ ਤੋਂ ਅਸੀਂ ਡਾਊਨਵਰਡ ਮੂਵ ਕਰਦੇ ਹਾਂ ਟੂ ਦਾ ਗੋਲਡ, ਤਾਂ ਦੈਟ ਇਜ਼ ਦਾ ਰਿਐਕਟੀਵਿਟੀ ਜਿਹੜੀ ਹੁੰਦੀ ਆ ਮੈਟਲਸ ਦੀ ਉਹ ਕੀ ਹੁੰਦੀ ਜਾਂਦੀ ਆ, ਡਿਕਰੀਜ਼ ਹੁੰਦੀ ਜਾਂਦੀ ਆ। ਸੋ ਸਟੂਡੈਂਟਸ ਤੁਸੀਂ ਇਸ ਰਿਐਕਟੀਵਿਟੀ ਸੀਰੀਜ਼ ਨੂੰ ਧਿਆਨ ਨਾਲ ਯਾਦ ਕਰ ਲੈਣਾ। ਸੋ ਅਸੀਂ ਦੇਖਦੇ ਹਾਂ ਜਿਹੜੇ ਪੋਟਾਸ਼ੀਅਮ ਤੋਂ ਲੈ ਕੇ ਐਲੂਮੀਨੀਅਮ ਤੱਕ ਨੇ ਜਿਹੜੀਆਂ ਇਹ ਵਾਲੀਆਂ ਹੈਗੀਆਂ ਨੇ ਮੈਟਲਸ ਨੇ, ਇਹ ਐਕਸਟ੍ਰੈਕਟ ਹੁੰਦੀਆਂ ਨੇ ਥਰੂ ਦਾ ਇਲੈਕਟ੍ਰੋਲਾਈਸਿਸ। ਮੀਨਸ ਇਹਨੂੰ ਇਲੈਕਟ੍ਰੀਸਿਟੀ ਪਾਸ ਕਰਵਾ ਕੇ ਜਿਹੜੇ ਹੈਗੇ ਨੇ ਇਹਨੂੰ ਬ੍ਰੇਕ ਡਾਊਨ ਕੀਤਾ ਜਾਂਦਾ ਅਤੇ ਜਿਹੜੇ ਇਹਦੇ ਆਇਨਸ ਨੇ ਅਲੱਗ ਕੀਤੇ ਜਾਂਦੇ ਨੇ। ਪੋਜ਼ੀਟਿਵ ਨੈਗੇਟਿਵ ਆਇਨ ਮੀਨਸ ਅਸੀਂ ਇਲੈਕਟ੍ਰੋਲਾਈਸਿਸ ਕਰ ਦਿੰਦੇ ਹਾਂ। ਇਲੈਕਟ੍ਰੋਲਾਈਸਿਸ ਦਾ ਮਤਲਬ ਬ੍ਰੇਕ ਡਾਊਨ ਵਿਦ ਦਾ ਹੈਲਪ ਆਫ ਇਲੈਕਟ੍ਰੀਸਿਟੀ। ਸੋ ਇਸ ਤਰੀਕੇ ਨਾਲ ਅਸੀਂ ਇਹਨਾਂ ਨੂੰ ਅਲੱਗ ਕਰ ਸਕਦੇ ਹਾਂ ਇਹਨਾਂ ਦੀਆਂ ਓਰਸ ਦੇ ਨਾਲੋਂ। ਦੈਨ ਨੈਕਸਟ ਵਨ ਇਜ਼ ਦਾ ਅਸੀਂ ਦੇਖਦੇ ਹਾਂ ਜਿੰਕ ਹੋ ਗਈ, ਆਇਰਨ ਹੋ ਗਈ, ਟੈਨ ਹੋ ਗਈ, ਜਾਂ ਅਸੀਂ ਲੈਡ ਦੀ ਗੱਲ ਕਰੀਏ ਅਸੀਂ ਇਹਦੀ ਕੈਲਸੀਫਿਕੇਸ਼ਨ ਕਰਾਂਗੇ। ਮੀਨਸ ਬਰਨਿੰਗ ਵਿਦ ਕਾਰਬਨ। ਅਸੀਂ ਕਾਰਬਨ ਦੇ ਨਾਲ ਇਹਨੂੰ ਬਰਨ ਕਰਕੇ ਕੀ ਕਰ ਸਕਦੇ ਹਾਂ, ਇਹਦੀਆਂ ਜਿਹੜੀਆਂ ਹੈਗੀਆਂ ਨੇ ਉਸ ਦੇ ਨਾਲੋਂ ਇਹਨਾਂ ਨੂੰ ਅਲੱਗ ਕਰ ਸਕਦੇ ਹਾਂ। ਨੈਕਸਟ ਜਿਹੜੀ ਹੈਗੀ ਆ ਕਾਪਰ ਦੀ ਗੱਲ ਕਰੀਏ ਅਸੀਂ ਸਿੰਪਲੀ ਇਹਨੂੰ ਬਰਨ ਕਰ ਦਾਂਗੇ ਇਨ ਦਾ ਪ੍ਰੈਜੈਂਸ ਆਫ ਏਅਰ, ਤਾਂ ਜਿਹੜੀ ਹੈਗੀ ਆ ਇਹ ਆਪਣੀ ਓਰ ਦੇ ਨਾਲੋਂ ਅਲੱਗ ਹੋ ਜਾਏਗੀ। ਦੈਨ ਸਿਲਵਰ ਅਤੇ ਗੋਲਡ ਦੀ ਗੱਲ ਕਰੀਏ ਇਹ ਸਾਨੂੰ ਐਜ਼ ਇਟ ਹੀ ਆਪਣੀ ਗਰਾਊਂਡ ਸਟੇਟ ਦੇ ਵਿੱਚ ਮਿਲਦੀਆਂ ਨੇ। ਮੀਨਸ ਅਸੀਂ ਕਹਿ ਸਕਦੇ ਹਾਂ ਗਰਾਊਂਡ ਦੇ ਵਿੱਚ ਸਾਨੂੰ ਆਪਣੀ ਨੇਟਿਵ ਫਾਰਮ ਦੇ ਵਿੱਚ ਐਜ਼ ਇਟ ਹੀ ਮਿਲਦੀਆਂ ਬਿਕੋਜ਼ ਆਫ ਇਹ ਨਾਨ ਰਿਐਕਟਿਵ ਮੈਟਲਸ ਹੁੰਦੀਆਂ ਨੇ। ਸੋ ਇਸ ਤਰੀਕੇ ਨਾਲ ਅਸੀਂ ਇਹਨਾਂ ਦੀ ਅਲੱਗ ਤੋਂ ਅੱਗੇ ਰਿਐਕਸ਼ਨਸ ਦੇਖਾਂਗੇ ਨੈਕਸਟ ਵੀਡੀਓ ਦੇ ਵਿੱਚ। ਗੁੱਡ ਮੋਰਨਿੰਗ ਸਟੂਡੈਂਟਸ, ਨੈਕਸਟ ਟੋਪਿਕ ਇਜ਼ ਦਾ ਐਕਸਟ੍ਰੈਕਟਿੰਗ ਮੈਟਲਸ। ਸੋ ਫਸਟ ਆਫ ਆਲ ਅਸੀਂ ਕੀ ਕਰਾਂਗੇ ਐਕਸਟ੍ਰੈਕਟਿੰਗ ਮੈਟਲਸ ਲੋ ਇਨ ਐਕਟੀਵਿਟੀ ਸੀਰੀਜ਼। ਲਾਸਟ ਤੇ ਰਾਜੇ ਤੁਹਾਨੂੰ ਦੱਸਿਆ ਸੀਗਾ ਕਿ ਮਤਲਬ ਜਿਹੜੀ ਐਕਟੀਵਿਟੀ ਸੀਰੀਜ਼ ਦਿਖਾਈ ਸੀ ਜਿਹਦੇ ਵਿੱਚ ਮੈਟਲ ਜਿਹੜੀਆਂ ਸੀਗੀਆਂ ਪਹਿਲਾਂ ਵੱਧ ਰਿਐਕਟੀਵਿਟੀ ਵਾਲੀਆਂ ਸੀਗੀਆਂ, ਦੈਨ ਘੱਟ ਰਿਐਕਟੀਵਿਟੀ ਵਾਲੀਆਂ, ਲਾਸਟ 'ਤੇ ਸਿਲਵਰ ਅਤੇ ਗੋਲਡ ਸੀਗੀ ਜਿਹੜੀ ਉਸ ਤੋਂ ਵੀ ਘੱਟ ਰਿਐਕਟੀਵਿਟੀ ਵਾਲੀਆਂ ਮੈਟਲ ਸੀਗੀਆਂ। ਸੋ ਹੁਣ ਅਸੀਂ ਉਹਨਾਂ ਦੇ ਅਕੋਰਡਿੰਗ ਗੱਲ ਕਰਾਂਗੇ। ਸਭ ਤੋਂ ਪਹਿਲਾਂ ਕੀ ਆ ਲੋ ਰਿਐਕਟੀਵਿਟੀ ਵਾਲੀਆਂ ਮੈਟਲਸ ਨੇ ਜਿਹੜੀਆਂ ਉਹਨਾਂ ਨੂੰ ਕੀ ਕੀਤਾ ਜਾਂਦਾ ਬਾਏ ਹੀਟਿੰਗ ਦ ਓਰਸ ਇਨ ਏਅਰ ਐਟ ਹਾਈ ਟੈਂਪਰੇਚਰ। ਇਹਨਾਂ ਨੂੰ ਐਕਸਟ੍ਰੈਕਟ ਕੀਤਾ ਜਾਂਦਾ ਆਪਣੀਆਂ ਓਰਸ ਤੋਂ ਬਾਏ ਹੀਟਿੰਗ ਐਟ ਹਾਈ ਟੈਂਪਰੇਚਰਸ ਦੇ ਉੱਪਰ। ਸੋ ਅਸੀਂ ਫਸਟ ਆਫ ਗੱਲ ਕਰਦੇ ਹਾਂ ਮਰਕਰੀ ਦੀ। ਮਰਕਿਊਰਿਕ ਜਿਹੜੇ ਹੈਗੇ ਨੇ ਮਰਕਰੀ ਦੇ ਜਿਹੜੀਆਂ ਮੈਟਲਸ ਨੇ ਉਹ ਆਪਦੀਆਂ ਜਿਹੜੀਆਂ ਓਰਸ ਨੇ ਦੈਟ ਇਜ਼ ਦਾ ਸ਼ਿਨਾਬਾਰ ਜਿਹੜੀ ਓਰ ਆ ਉਹ ਤੋਂ ਪ੍ਰਾਪਤ ਕੀਤੀ ਜਾਂਦੀ ਆ ਇਨ ਦਾ ਫੋਰਮ ਆਫ ਮਰਕਿਊਰਿਕ ਸਲਫੇਟ ਜਿਹੜਾ ਹੈਗਾ ਵਾ ਉਹਨੂੰ ਆਕਸੀਜਨ ਦੀ ਪ੍ਰੈਜੈਂਸ ਦੇ ਵਿੱਚ ਹੀਟ ਕੀਤਾ ਜਾਂਦਾ ਵਾ। ਦੈਨ ਕੀ ਬਣ ਜਾਂਦਾ ਸਾਡੇ ਕੋਲ ਮਰਕਿਊਰਿਕ ਆਕਸਾਈਡ ਫਾਰਮ ਹੋ ਜਾਂਦਾ ਐਂਡ ਸਲਫਰ ਡਾਈਆਕਸਾਈਡ ਫਾਰਮ ਹੋ ਜਾਂਦਾ ਵਾ। ਜੇ ਦੈਨ ਫਿਰ ਕੀ ਕੀਤਾ ਜਾਂਦਾ ਮਰਕਿਊਰਿਕ ਆਕਸਾਈਡ ਨੂੰ ਦੁਬਾਰਾ ਹੀਟ ਕੀਤਾ ਜਾਂਦਾ ਵਾ, ਉਹ ਕਾਚ ਕਨਵਰਟ ਹੋ ਜਾਂਦਾ ਵਾ ਮਰਕਰੀ ਦੇ ਵਿੱਚ, ਦੈਨ ਆਕਸੀਜਨ ਪ੍ਰੋਡਿਊਸ ਹੋ ਜਾਂਦੀ ਆ। ਨੈਕਸਟ ਗੱਲ ਕਰਦੇ ਹਾਂ ਅਸੀਂ ਕਾਪਰ ਫਰੋਮ ਕਾਪਰ ਸਲਫਾਈਡ। ਕਾਪਰ ਜਿਹੜੀ ਆ ਆਪਣੀ ਕਾਪਰ ਸਲਫਾਈਡ ਓਰ ਤੋਂ ਮਿਲਦੀ ਆ। ਜਿਹੜੀ ਕਾਪਰ ਸਲਫਾਈਡ ਆ ਹੁਣ ਇਹਦੇ ਵਿੱਚ ਉਹ ਕੀ ਹੈ ਓਰ ਹੈ। ਜਦੋਂ ਇਹਨੂੰ ਆਕਸੀਜਨ ਦੇ ਪ੍ਰੈਜੈਂਸ ਦੇ ਵਿੱਚ ਇਹਨੂੰ ਅਸੀਂ ਹੀਟ ਕਰਦੇ ਹਾਂ ਦੈਨ ਸਾਡੇ ਕੋਲ ਕੀ ਮਿਲਦੀ ਆ ਕਾਪਰ ਆਕਸਾਈਡ ਦੇ ਨਾਲ ਕੀ ਮਿਲਦੇ ਨੇ ਸਲਫਰ ਡਾਈਆਕਸਾਈਡ ਫਾਰਮ ਹੁੰਦਾ ਵਾ। ਦੈਨ ਕਾਪਰ ਜਿਹੜੇ ਹੈਗੇ ਨੇ ਆਕਸਾਈਡ ਜਾਂ ਜਿਹੜੇ ਕਾਪਰ ਦੇ ਸਲਫਾਈਡਸ ਨੇ ਜਦੋਂ ਉਹਨਾਂ ਨੂੰ ਹੀਟ ਕਰਦੇ ਹਾਂ ਦੈਨ ਸਾਡੇ ਕੋਲ ਕਾਪਰ ਐਂਡ ਸਲਫਰ ਡਾਈਆਕਸਾਈਡ ਬਾਹਰ ਨਿਕਲ ਜਾਂਦਾ। ਨੈਕਸਟ ਅਸੀਂ ਗੱਲ ਕਰਾਂਗੇ ਮਿਡਲ ਜਿਹੜੇ ਲੋ ਰਿਐਕਟੀਵਿਟੀ ਵਾਲੇ ਸੀਗੇ ਜਾਂ ਦੂਸਰੇ ਸੀਗੇ ਹਾਇਰ ਐਕਟੀਵਿਟੀ ਵਾਲੇ, ਅਤੇ ਉਹਨਾਂ ਦੇ ਵਿਚਾਲੇ ਜਿਹੜੀਆਂ ਮੈਟਲ ਸੀਗੀਆਂ ਉਹ ਕੀ ਸੀਗੀਆਂ ਮਿਡਲ ਐਕਟੀਵਿਟੀ ਆਫ ਸੀਰੀਜ਼ ਸੀਗੀਆਂ। ਉਹਨਾਂ ਦੀ ਗੱਲ ਕਰੀਏ metals are easier to obtain from oxides ores, thus sulfides and carbonate ores are converted into oxides। ਮੀਨਸ ਉਹਦੇ ਵਿੱਚ ਜਿਹੜੀਆਂ ਓਰ ਸੀਗੀਆਂ ਉਹ ਜ਼ਿਆਦਾਤਰ ਸਲਫਾਈਡ ਜਾਂ ਕਾਰਬੋਨੇਟ ਦੀ ਫਾਰਮ ਦੇ ਵਿੱਚ ਮਿਲਦੀਆਂ ਸੀਗੀਆਂ। ਅਸੀਂ ਉਹਨਾਂ ਨੂੰ ਕੀ ਕਰਾਂਗੇ ਸਟਰੋਂਗਲੀ ਐਕਸੈਸ ਏਅਰ ਦੇ ਵਿੱਚ ਕੀ ਕਰਾਂਗੇ ਹੀਟ ਕਰਾਂਗੇ। ਸਟਰੋਂਗਲੀ ਐਕਸੈਸ ਆਫ ਏਅਰ ਦੇ ਵਿੱਚ ਉਹਨੂੰ ਹੀਟ ਕਰਨ ਨੂੰ ਕੀ ਬੋਲਦੇ ਨੇ ਰੋਸਟਿੰਗ ਕਿਹਾ ਜਾਂਦਾ। ਕੀ ਬੋਲਿਆ ਜਾਂਦਾ ਉਹਨੂੰ ਰੋਸਟਿੰਗ ਬੋਲਿਆ ਜਾਂਦਾ ਵਾ। ਸੋ ਅਸੀਂ ਗੱਲ ਕਰਦੇ ਹਾਂ
ਐਜ਼ ਐਗਜ਼ਾਮਪਲ ਜਿੰਕ ਸਲਫਾਈਡ ਜਿਹੜਾ ਹੈਗਾ ਵਾ, ਜਿੰਕ ਸਲਫਾਈਡ ਜਿਹੜੀ ਹੈਗੀ ਆ ਔਰ ਆ, ਉਹਨੂੰ ਅਸੀਂ ਆਕਸੀਜਨ ਦੀ ਪ੍ਰੈਜੈਂਸ ਦੇ ਵਿੱਚ ਹੀਟ ਕਰਾਂਗੇ, ਦੈਨ ਸਾਨੂੰ ਕੀ ਮਿਲੇਗਾ, ਜਿੰਕ ਦੇ ਆਕਸਾਈਡਸ ਫਾਰਮ ਹੋਣਗੇ ਅਤੇ ਸਲਫਰ ਡਾਈਆਕਸਾਈਡ ਫਾਰਮ ਹੋ ਜਾਏਗੀ। ਹਾਂਜੀ ਸਟੂਡੈਂਟਸ, ਨੈਕਸਟ ਇਹਨਾਂ ਜਿਹੜਾ ਹੈਗਾ ਵਾ ਜਿੰਕ ਆਕਸਾਈਡ ਨੂੰ ਦੁਬਾਰਾ ਫਿਰ ਜਿਹੜਾ ਹੀਟ ਕੀਤਾ ਜਾਂਦਾ ਵਾ, ਜਾਂ ਜਿੰਕ ਦੇ ਜਿਹੜੇ ਹੈਗੇ ਨੇ ਕਾਰਬੋਨੇਟਸ ਨੇ, ਇਹਨਾਂ ਨੂੰ ਇਹਨਾਂ ਤੋਂ ਅਸੀਂ ਦੁਬਾਰਾ ਇਹਨਾਂ ਦੀ ਕੀ ਕਰਾਂਗੇ, ਹੀਟਿੰਗ ਕਰਕੇ ਅਸੀਂ ਆਕਸੀਜਨ ਹਟਾ ਦਾਂਗੇ ਅਤੇ ਦੈਨ ਸਾਨੂੰ ਕੀ ਮਿਲ ਜਾਏਗੀ, ਜਿੰਕ ਦੀ ਔਰ ਮਿਲ ਜਾਏਗੀ। ਹਾਂਜੀ, ਨੋ ਸਪਲਾਈ ਆਫ ਏਅਰ ਮੀਨਸ ਜਦੋਂ ਨੈਕਸਟ ਸਾਡੇ ਕੋਲ ਕੈਲਸੀਨੇਸ਼ਨ ਕੀ ਹੁੰਦੀ ਹੈ। ਕੈਲਸੀਨੇਸ਼ਨ ਇਜ਼ ਅ ਮੈਟਲ ਔਰ ਹੀਟਡ ਸਟਰੋਂਗਲੀ ਇਨ ਲਿਮਟਡ ਔਰ ਨੋ ਸਪਲਾਈ ਆਫ ਏਅਰ, ਮਤਲਬ ਜਦੋਂ ਬਿਲਕੁਲ ਸਪਲਾਈ ਨਹੀਂ ਹੈਗੀ ਏਅਰ ਦੀ, ਜਾਂ ਘੱਟ ਸਪਲਾਈ ਹੈਗੀ ਹੈ ਏਅਰ ਦੀ, ਉਦੋਂ ਅਸੀਂ ਕਿਸੇ ਔਰ ਨੂੰ ਹੀਟ ਕਰਦੇ ਹਾਂ, ਦੈਨ ਉਸ ਪ੍ਰੋਸੈਸ ਨੂੰ ਬੋਲਦੇ ਨੇ ਕੈਲਸੀਨੇਸ਼ਨ। ਸੋ ਜਿੰਕ ਕਾਰਬੋਨੇਟ ਜਿਹੜੀ ਹੈਗੀ ਆ ਮੈਟਲ ਹੈਗੀ, ਇਹਨੂੰ ਹੀਟ ਕੀਤਾ ਜਾਂਦਾ ਵਾ ਲੈਸ ਸਪਲਾਈ ਆਫ ਏਅਰ ਜਾਂ ਨੋ ਸਪਲਾਈ ਆਫ ਏਅਰ ਦੇ ਵਿੱਚ, ਦੈਨ ਜਿੰਕ ਆਕਸਾਈਡ ਫਾਰਮ ਹੁੰਦਾ, ਦੈਨ ਕਾਰਬਨ ਡਾਈਆਕਸਾਈਡ ਫਾਰਮ ਹੁੰਦਾ ਵਾ। ਹੁਣ ਅਸੀਂ ਅੱਗੇ ਦੇਖਾਂਗੇ ਰਿਡਕਸ਼ਨ ਆਫ ਮੈਟਲ ਆਕਸਾਈਡਸ। ਹੁਣ ਇਹਨਾਂ ਦੋਨਾਂ ਰਿਐਕਸ਼ਨਸ ਦੇ ਵਿੱਚ ਕੀ ਬਣੇ ਸੀਗੇ, ਜਿੰਕ ਆਕਸਾਈਡ ਅਤੇ ਨੈਕਸਟ ਇਜ਼ ਆਲਸੋ ਜਿੰਕ ਆਕਸਾਈਡ ਫਾਰਮ ਹੋਏ ਸੀਗੇ। ਹੁਣ ਉਹਨਾਂ ਦੀ ਜਿਹੜੀ ਕੀ ਆ ਰਿਡਕਸ਼ਨ ਕੀਤੀ ਜਾਂਦੀ ਆ ਯੂਜ਼ਿੰਗ ਕੋਕ। ਹੁਣ ਕੀ ਆ, ਜਿੰਕ ਆਕਸਾਈਡ ਦੇ ਵਿੱਚ ਕਾਰਬਨ ਐਡ ਕਰਕੇ ਉਹਨੂੰ ਰਿਡਿਊਸ ਕੀਤਾ ਜਾਂਦਾ ਵਾ, ਦੈਨ ਜਿੰਕ ਅਲੱਗ ਹੋ ਜਾਂਦੀ ਹੈ ਅਤੇ ਕਾਰਬਨ ਡਾਈਆਕਸਾਈਡ ਅਲੱਗ ਹੋ ਜਾਂਦੀ ਆ, ਕਾਰਬਨ ਮੋਨੋਆਕਸਾਈਡ ਫਾਰਮ ਹੋਏਗੀ। ਦੈਨ ਨੈਕਸਟ ਇਜ਼ ਦ ਯੂਜ਼ਿੰਗ ਡਿਸਪਲੇਸਮੈਂਟ ਰਿਐਕਸ਼ਨ। Highly reactive metals like sodium, calcium and aluminium are used to displace metals of lower reactivity from their compounds. ਹਾਂਜੀ ਸਟੂਡੈਂਟਸ, ਇਹਦੇ ਵਿੱਚ ਕੀ ਆ, ਮੈਗਨੀਜ਼ ਆਕਸਾਈਡ ਜਿਹੜੇ ਹੈਗੇ ਨੇ ਉਹਨੂੰ ਅਸੀਂ ਐਲੂਮੀਨੀਅਮ ਦੀ ਪ੍ਰੈਜੈਂਸ ਦੇ ਵਿੱਚ ਅਸੀਂ ਹੀਟ ਕਰਾਂਗੇ, ਦੈਨ ਸਾਨੂੰ ਮੈਗਨੀਜ਼ ਦੀ ਔਰ ਮਿਲੇਗੀ, ਦੈਨ ਐਲੂਮੀਨੀਅਮ ਦੇ ਆਕਸਾਈਡਸ ਫਾਰਮ ਹੋਣਗੇ ਐਂਡ ਹੀਟ ਪ੍ਰੋਡਿਊਸ ਹੋਏਗੀ। ਐਂਡ ਨੈਕਸਟ ਵਨ ਇਜ਼ ਦਾ ਫੈਰਿਕ ਆਕਸਾਈਡ। ਫੈਰਿਕ ਆਕਸਾਈਡ ਜਿਹੜੇ ਹੈਗੇ ਨੇ, ਹੁਣ ਇਹਦੇ ਵਿੱਚ ਅਸੀਂ ਐਲੂਮੀਨੀਅਮ ਦੀ ਜਿਹੜੀ ਹੈਗੀ ਆ ਮੈਟਲ ਯੂਜ਼ ਕਰਾਂਗੇ, ਦੈਨ ਉਹਨੂੰ ਹੀਟ ਕਰਨ ਦੇ ਉੱਪਰ ਸਾਨੂੰ ਆਇਰਨ ਅਲੱਗ ਹੋ ਜਾਏਗਾ, ਦੈਨ ਜਿਹੜੇ ਐਲੂਮੀਨੀਅਮ ਦੇ ਆਕਸਾਈਡ ਫਾਰਮ ਹੋ ਜਾਣਗੇ, ਦੈਨ ਹੀਟ ਪ੍ਰੋਡਿਊਸ ਹੋਏਗੀ। ਹਾਂਜੀ ਸਟੂਡੈਂਟ, ਇਹਨਾਂ ਦੇ ਵਿੱਚ ਡਿਸਪਲੇਸਮੈਂਟ ਰਿਐਕਸ਼ਨ ਯੂਜ਼ ਹੋਈਆਂ। ਡਿਸਪਲੇਸਮੈਂਟ ਰਿਐਕਸ਼ਨ ਦਾ ਕੀ ਮਤਲਬ ਹੈ ਵੀ ਮੈਗਨੀਜ਼ ਦੀ ਜਗ੍ਹਾ 'ਤੇ, ਮੈਗਨੀਜ਼ ਕੀ ਹੈ, ਇੱਕ ਮੈਟਲ ਹੈ, ਐਲੂਮੀਨੀਅਮ ਵੀ ਇੱਕ ਮੈਟਲ ਹੈ, ਇਹਨਾਂ ਨੇ ਕੀ ਕਰ ਲਿਆ, ਇੱਕ ਦੂਸਰੇ ਨੂੰ ਐਕਸਚੇਂਜ ਕਰ ਲਿਆ। ਨੈਕਸਟ ਰਿਐਕਸ਼ਨ ਦੇ ਵਿੱਚ ਫੈਰਿਕ ਨੇ ਐਲੂਮੀਨੀਅਮ ਨੂੰ ਐਕਸਚੇਂਜ ਕਰਤਾ। ਦੀਜ਼ ਆਰ ਦਾ ਡਿਸਪਲੇਸਮੈਂਟ ਰਿਐਕਸ਼ਨਸ। ਹਾਂਜੀ ਸਟੂਡੈਂਟਸ, ਇਹਨਾਂ ਨੂੰ ਥਰਮਿਕ ਜਿਹੜੀਆਂ ਹੈਗੀਆਂ ਨੇ ਰਿਐਕਸ਼ਨਸ ਵੀ ਬੋਲਿਆ ਜਾਂਦਾ। ਕਿਉਂ ਬੋਲਿਆ ਜਾਂਦਾ? ਕਿਉਂਕਿ ਇਹਨਾਂ ਰਿਐਕਸ਼ਨਸ ਦੇ ਨਾਲ ਹੀ ਬਹੁਤ ਸਾਰੀ ਜਿਹੜੀ ਹੈਗੀ ਆ ਹੀਟ ਪ੍ਰੋਡਿਊਸ ਹੁੰਦੀ ਹੈ। ਹਾਂਜੀ ਸਟੂਡੈਂਟਸ, ਐਕਸਟ੍ਰੈਕਟਿੰਗ ਆਫ ਮੈਟਲਸ ਐਟ ਟੋਪ ਆਫ ਦਾ ਐਕਟੀਵਿਟੀ ਸੀਰੀਜ਼ ਮੀਨਸ ਜਿਹੜੀਆਂ ਬਹੁਤ ਜ਼ਿਆਦਾ ਰਿਐਕਟਿਵ ਮੈਟਲਸ ਨੇ, ਅਸੀਂ ਉਹਨਾਂ ਦੀ ਗੱਲ ਕਰਾਂਗੇ ਹੁਣ। ਉਹਨਾਂ ਦੀ ਜਿਹੜੀ ਐਕਸਟ੍ਰੈਕਟਿੰਗ ਆ ਜਾਂ ਉਹਨਾਂ ਨੂੰ ਕਿਵੇਂ ਅਲੱਗ ਕੀਤਾ ਜਾਂਦਾ ਮੈਟਲਸ ਤੋਂ, ਉਹ ਵਾਲੀ ਦੇਖਾਂਗੇ ਗੱਲ। ਹਾਂਜੀ ਸਟੂਡੈਂਟਸ, ਥੀਸ ਮੈਟਲਸ ਹੈਵ ਮੋਰ ਐਫੀਨਿਟੀ ਫॉर ਆਕਸੀਜਨ ਐਂਡ ਦੈਨ ਕਾਰਬਨ। ਹੁਣ ਇਹਨਾਂ ਦੀ ਐਫੀਨਿਟੀ ਕੀ ਹੁੰਦੀ ਆ, ਆਕਸੀਜਨ, ਮਤਲਬ ਆਕਸੀਜਨ ਨਾਲ ਅਟੈਚਮੈਂਟ ਬਹੁਤ ਜ਼ਿਆਦਾ ਹੁੰਦੀ ਆ, ਬਹੁਤ ਮਤਲਬ ਕਹਿ ਦੋ ਵੀ ਬਹੁਤ ਹੀ ਐਕਸਾਈਟੇਸ਼ਨ ਦੇ ਨਾਲ ਇਹ ਆਕਸੀਜਨ ਨਾਲ ਅਟੈਚ ਹੁੰਦੇ ਨੇ ਦੈਨ ਦਾ ਕਾਰਬਨ ਦੇ ਨਾਲੋਂ। These metals are obtained by electrolytic reduction. Sodium is obtained by electrolysis of its molten chloride, that is the sodium chloride means ਜਦੋਂ ਸੋਡੀਅਮ ਮੈਟਲ ਜਿਹੜੀ ਹੈਗੀ ਆ ਕਿੱਦਾਂ, ਜਦੋਂ ਅਸੀਂ ਸੋਡੀਅਮ ਕਲੋਰਾਈਡ ਦੀ ਕੀ ਕਰ ਦਿੰਦੇ ਆ, ਇਲੈਕਟ੍ਰੋਲਾਈਸਿਸ ਕਰਾਂਗੇ, ਦੈਨ ਸਾਨੂੰ ਸੋਡੀਅਮ ਅਤੇ ਕਲੋਰੀਨ ਦੇ ਆਇਨਸ ਫਾਰਮ ਹੋਣਗੇ, ਮੀਨਸ ਸਾਨੂੰ ਸੋਡੀਅਮ ਮਿਲ ਜਾਂਦੀ ਆ। ਐਜ਼ ਇਲੈਕਟ੍ਰੀਸਿਟੀ ਇਜ਼ ਪਾਸਡ ਥਰੂ ਦਾ ਸੋਲਿਊਸ਼ਨ, ਮੈਟਲ ਗੈਟਸ ਡੈਪੋਜ਼ਿਟਡ ਐਟ ਕੈਥੋਡ ਐਂਡ ਨੋਨ ਮੈਟਲ ਐਟ ਐਨੋਡ। ਤਾਂ ਕੀ ਹੁੰਦਾ ਵਾ, ਐਟ ਕੈਥੋਡ 'ਤੇ ਕੀ ਹੋਏਗਾ, ਸੋਡੀਅਮ ਕੀ ਕਰੇਗਾ, ਸੋਡੀਅਮ ਕੀ ਕਰੇਗਾ, ਸੋਡੀਅਮ ਇਲੈਕਟ੍ਰੋਨ ਉਹਦੇ ਉੱਪਰ 1 ਪੋਜ਼ੀਟਿਵ ਚਾਰਜ ਆ, ਮੀਨਸ ਉਹ ਕੀ ਕਰੇਗਾ, ਇੱਕ ਇਲੈਕਟ੍ਰੋਨ ਲੈ ਕੇ ਕੀ ਹੋ ਜਾਏਗਾ, ਨਿਊਟਰਲ ਸੋਡੀਅਮ ਮੈਟਲ ਫਾਰਮ ਕਰ ਦੇਗਾ। ਬਟ ਐਟ ਐਨੋਡ 'ਤੇ ਕੀ ਹੋਏਗਾ, 2 ਕਲੋਰੀਨਸ ਹੋਣਗੀਆਂ ਉਹਦੇ ਵਿੱਚ, ਉਹਨੂੰ ਕੀ ਕਰਕੇ ਨੈਗੇਟਿਵ ਚਾਰਜ ਹੋਣਗਾ, ਮੀਨਸ 2 ਨੈਗੇਟਿਵ ਚਾਰਜ ਹੋਏਗਾ, ਉਹ ਕੀ ਕਰੇਗਾ, 2 ਨੈਗੇਟਿਵ ਚਾਰਜ ਨੂੰ ਰਿਮੂਵ ਕਰ ਦੇਗਾ, ਦੈਨ ਕੀ ਹੋ ਜਾਏਗਾ, ਕਲੋਰੀਨ ਗੈਸ ਫਾਰਮ ਹੋ ਜਾਏਗੀ। ਹਾਂਜੀ ਇਲੈਕਟ੍ਰੀਸਿਟੀ ਪਾਸ, ਜਦੋਂ ਇਲੈਕਟ੍ਰੀਸਿਟੀ ਪਾਸ ਹੁੰਦੀ ਹੈ ਸੋਲਿਊਸ਼ਨ, ਮੈਟਲ ਗੈਟਸ ਡੈਪੋਜ਼ਿਟਡ ਐਟ ਕੈਥੋਡ ਐਂਡ ਨੋਨ ਮੈਟਲ ਐਟ ਐਨੋਡ। ਮੀਨਸ ਜਿਹੜੀ ਕਿ ਆ ਸੋਡੀਅਮ ਕੀ ਹੈ, ਮੈਟਲ ਹੈ, ਕਲੋਰੀਨ ਕੀ ਹੈ, ਨੋਨ ਮੈਟਲ ਹੈ। ਜਿਹੜੀ ਸੋਡੀਅਮ ਆ ਉਹ ਇਲੈਕਟ੍ਰੋਨ ਲੈ ਕੇ ਕੈਥੋਡ ਦੇ ਉੱਪਰ ਡੈਪੋਜ਼ਿਟ ਹੋ ਜਾਏਗੀ, ਐਂਡ ਐਨੋਡ ਜਿਹੜੀ ਹੈਗੀ ਆ ਉਹ ਨੋਨ ਮੈਟਲ ਹੈ, ਕਲੋਰੀਨ ਨੋਨ ਮੈਟਲ ਹੈ, ਉਹ ਐਨੋਡ ਦੇ ਉੱਪਰ ਕੀ ਹੋ ਜਾਏਗੀ,